ਜਿਹੜੀ ਰਾਜਨੀਤੀ ਹੁੰਦੀ ਹੈ ਉਹ ਹੁੰਦੀ ਹੈ ਪਿਆਰ ਦੀ, ਮੁਹੱਬਤ ਦੀ, ਸੇਵਾ ਦੀ, ਸਮਰਪਣ ਦੀ, ਸਨਮਾਨ ਦੀ। ਪਰ ਇਸ ਇਲਾਕੇ ਦੇ ਵਿੱਚ ਰਾਜਨੀਤੀ ਡਰ ਦੀ, ਖੌਫ ਦੀ, ਪਰਚਿਆਂ ਦੀ, ਲੁੱਟ ਦੀ। ਸ਼ਰਮ ਆਣੀ ਚਾਹੀਦੀ। ਤੁਸੀਂ ਰਾਹੁਲ ਗਾਂਧੀ ਦਾ ਕੀ ਲੋਕ ਕਹਿੰਦੇ ਨੇ, ਪੱਪੂ ਕੀ ਕੁਝ ਕਹਿੰਦੇ ਨੇ, ਰਾਹੁਲ ਗਾਂਧੀ ਸਾਰੇ ਤੇ ਪਰਚਾ ਕਰਾਊਗਾ। ਕਾਂਗਰਸ ਦੇ ਵਰਕਰਾਂ ਨੂੰ ਹੀ, ਕਾਂਗਰਸ ਦੇ ਲੀਡਰਾਂ ਨੂੰ ਹੀ ਦੁਬਾਰਾ ਸਰੋਪਾ ਪਵਾ ਕੇ ਸ਼ਾਮਲ ਬੋਲਦਾ ਪੰਜਾਬ, ਗੱਲ ਹੱਕ ਸੱਚ ਦੀ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼੍ਰੀ ਅਨੰਦਪੁਰ ਸਾਹਿਬ ਫੇਰੀ ਦੌਰਾਨ ਹਿੱਕ ਠੋਕ ਕੇ ਇਹ ਕਹਿਣਾ ਕਿ ਸਾਡੇ ਹਲਕੇ ਵਿੱਚ ਕੋਈ ਨਸ਼ਾ ਨਹੀਂ ਵਿਕਦਾ ਸਰਾਸਰ ਝੂਠ ਦਾ ਪੁਲੰਦਾ ਹੈ। ਜਦਕਿ ਹਲਕੇ ਦਾ ਬੱਚਾ ਜਾਣਦਾ ਹੈ ਕਿ ਪਿਛਲੇ 5 ਸਾਲਾਂ 'ਚ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਨਸ਼ਿਆਂ ਦਾ ਗੜ ਬਣ ਚੁੱਕਾ ਹੈ। ਇਹ ਗੰਭੀਰ ਦੋਸ਼ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਥ ਵਿੰਗ ਪੰਜਾਬ ਦੇ ਸਾਬਕਾ ਪ੍ਰਧਾਨ ਹਰਜੋਤ ਸਿੰਘ ਬੈਂਸ ਦੁਆਰਾ ਲਗਾਏ ਗਏ। ਬੈਂਸ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਦੋਸ਼ ਲਗਾਉਂਦਿਆਂ ਅੱਗੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਸਿਆਸੀ ਸ਼ਹਿ ਹੇਠ ਲੋਕਾਂ ਨੂੰ ਡਰਾਉਣ ਅਤੇ ਝੂਠੇ ਪਰਚਿਆਂ ਦੀ ਕੀਤੀ ਜਾ ਰਹੀ ਰਾਜਨੀਤੀ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਇੱਥੇ ਕਾਨੂੰਨ ਦਾ ਨਹੀਂ ਸਗੋਂ ਤਾਲੀਬਾਨ ਦਾ ਰਾਜ ਹੋਵੇ। ਉਹਨਾਂ ਅੱਗੇ ਕਿਹਾ ਕਿ ਹਲਕੇ ਅੰਦਰ ਸਿਆਸੀ ਸ਼ਹਿ ਹੇਠ ਸ਼ਰੇਆਮ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ ਅਤੇ ਇਹ ਨਜਾਇਜ਼ ਮਾਈਨਿੰਗ ਕਰਵਾਉਣ ਲਈ ਲੱਖਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ, ਜਿਸ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ, ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਰੱਖਣੇ ਮੁੱਦੇ ਬਹੁਤ ਅਹਿਮ ਨੇ। ਸਭ ਤੋਂ ਪਹਿਲਾਂ ਜੀ ਆਪਾਂ ਤੁਸੀਂ ਦੇਖਿਆ ਹੋਣਾ ਕੁਝ ਦਿਨ ਪਹਿਲਾਂ ਇਸ ਇਲਾਕੇ ਦੇ ਵਿੱਚ ਟਰੱਕ ਯੂਨੀਅਨ ਦੇ ਇੱਕ ਸਾਥੀ ਵੱਲੋਂ ਇੱਕ ਆਡੀਓ ਪਾਈ ਗਈ। ਉਸ ਆਡੀਓ ਦੇ ਉੱਤੇ ਪੁਲਿਸ ਨੇ ਧੱਕਾ ਕਰਕੇ ਬਿਨਾਂ ਕਿਸੇ FIR ਤੋਂ ਇਹ ਵੀ ਨਹੀਂ ਦੱਸਿਆ ਕਿ ਉਹਦਾ ਕੰਪਲੇਨੈਂਟ ਕੌਣ ਹੈ, ਕਿ ਪੁਲਿਸ ਨੂੰ ਕਿਹਨੇ ਸ਼ਿਕਾਇਤ ਕੀਤੀ ਤੇ ਉਹਨੂੰ ਚੱਕ ਕੇ ਲਿਆਂਦਾ ਗਿਆ। ਪੂਰੇ ਇਲਾਕੇ ਦੇ ਵਿੱਚ ਉਸ ਦੇ ਵਿੱਚ ਰੋਸ ਹੋਇਆ। ਸਿਰਫ ਆਮ ਆਦਮੀ ਪਾਰਟੀ ਨਹੀਂ ਜਾਂ ਕਿਸਾਨ ਯੂਨੀਅਨ ਨਹੀਂ ਜਾਂ ਫਿਰ ਟਰਾਂਸਪੋਰਟ ਯੂਨੀਅਨ ਨਹੀਂ, ਹਰ ਸਾਡੇ ਇਲਾਕੇ ਦੇ ਹਰ ਇੱਕ ਬੰਦੇ ਨੇ, ਚਾਹੇ ਉਹ ਮੀਡੀਆ ਦੇ ਸਾਥੀ ਵੀ ਹੋਣ, ਉਹਨੇ ਉਹਦੇ ਖਿਲਾਫ ਆਪਣੀ ਆਵਾਜ਼ ਚੱਕੀ। ਮੇਰਾ ਇਸ ਇਲਾਕੇ ਦੇ ਵਿੱਚ ਮੈਂ ਪੂਰੇ ਪੰਜਾਬ 'ਚ ਕੰਮ ਕੀਤਾ ਜਿਸ ਸੰਕਲਪ ਦੇ ਨਾਲ ਮੈਂ ਆਇਆ ਸੀਗਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਮੇਰਾ। ਇੱਥੇ ਕੋਈ ਵੀ, ਮੈਂ ਬਾਰ-ਬਾਰ ਇਹ ਗੱਲ ਸਟੇਜਾਂ ਤੋਂ ਕਹਿੰਦਾ, ਨਿੱਜੀ ਤੌਰ ਤੇ ਕਹਿੰਦਾ, ਮੇਰੀ ਲੜਾਈ ਇੱਥੇ MLA ਬਣਨ ਦੀ ਨਹੀਂ ਹੈਗੀ। ਮੈਨੂੰ ਦੁੱਖ ਹੁੰਦਾ ਕਿ ਜਿਹੜਾ ਇਲਾਕਾ ਪੰਜਾਬ 'ਚ ਸਭ ਤੋਂ ਸੋਹਣਾ ਹੋਵੇ, ਜਿੱਥੇ ਸਭ ਤੋਂ ਸ਼ਰੀਫ ਲੋਕ ਰਹਿੰਦੇ ਹੋਣ, ਅਸੀਂ ਮਾਣ ਨਾਲ ਕਹਿੰਦੇ ਸੀਗੇ, ਉਸ ਇਲਾਕੇ ਨੂੰ ਮਜੀਠੇ ਤੇ ਜਲਾਲਾਬਾਦ ਵਰਗਾ ਹਾਲ ਕਰਕੇ ਰੱਖ। ਤੁਸੀਂ ਸ਼ਰਾਫਤ ਦੇ ਨਾਮ ਤੇ ਸਾਡੇ ਸ਼ਰਾਫਤ ਦਾ ਨਜਾਇਜ਼ ਫਾਇਦਾ ਲੋਕਾਂ ਨੂੰ ਡਰਾਉਂਗੇ। ਮੈਂ ਤਾਂ ਸਦਾ ਸਿੱਖਿਆ ਕਿ ਜਿਹੜੀ ਰਾਜਨੀਤੀ ਹੁੰਦੀ ਹੈ ਉਹ ਹੁੰਦੀ ਹੈ ਪਿਆਰ ਦੀ, ਮੁਹੱਬਤ ਦੀ, ਸੇਵਾ ਦੀ, ਸਮਰਪਣ ਦੀ, ਸਨਮਾਨ ਦੀ। ਪਰ ਇਸ ਇਲਾਕੇ ਦੇ ਵਿੱਚ ਰਾਜਨੀਤੀ ਡਰ ਦੀ, ਖੌਫ ਦੀ, ਪਰਚਿਆਂ ਦੀ, ਲੁੱਟ ਦੀ। ਸ਼ਰਮ ਆਣੀ ਚਾਹੀਦੀ। ਇਹ ਪ੍ਰਣ ਸੀਗਾ ਸਾਡਾ ਕਿ ਇਸ ਇਲਾਕੇ ਦੇ ਵਿੱਚ ਸਿਰਫ ਸਾਡੇ ਆਗੂ ਨਹੀਂ ਜਾਂ ਸਾਡੇ ਵਰਕਰ ਸਾਹਿਬਾਨ ਨਹੀਂ, ਅਗਰ ਇਸ ਇਲਾਕੇ ਦੇ ਵਿੱਚ ਕਿਸੇ ਵੀ ਬੰਦੇ ਦੇ ਨਾਲ, ਉਹ ਜਿਹੜੇ ਮਰਜ਼ੀ ਰਾਜਨੀਤਿਕ ਦਲ ਦੇ ਨਾਲ ਸੰਬੰਧ ਰੱਖਦਾ, ਜਿਹੜੇ ਮਰਜ਼ੀ ਹੋ ਸਕਦਾ, ਟਰਾਂਸਪੋਰਟ ਯੂਨੀਅਨ ਦਾ ਸਾਥੀ ਹੋਵੇ, ਕਿਸਾਨ ਯੂਨੀਅਨ ਦਾ ਸਾਥੀ ਹੋਵੇ, ਸਾਡਾ ਮਿੱਤਰ ਹੋਵੇ, ਸਾਡਾ ਵਿਰੋਧੀ ਹੋਵੇ, ਪਰ ਅਗਰ ਕਿਸੇ ਦੇ ਖਿਲਾਫ ਵੀ ਪੁਲਿਸ ਵੱਲੋਂ ਰਾਣਾ KP ਦੀ ਸ਼ਹਿ ਦੇ ਉੱਤੇ ਅਗਰ ਕੋਈ ਧੱਕਾ ਕੀਤਾ ਜਾਊਗਾ ਤਾਂ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ। ਤੇ ਉਸ ਲਈ ਜੋ ਕੁਝ ਵੀ ਕਰਨਾ ਪਿਆ ਉਹ ਅਸੀਂ ਫੌਲਾਦ ਬਣ ਕੇ ਉਸ ਦਾ ਜਵਾਬ ਦੇਵਾਂਗੇ, ਜਿਵੇਂ ਉਸ ਦਿਨ ਦਿੱਤਾ। ਕਿਉਂਕਿ ਬਹੁਤ ਹੋ ਗਿਆ। ਤੁਸੀਂ, ਮੈਂ ਲੋਕਾਂ ਕੋਲ ਜਾਂਦਾ, ਡਰਾਏ ਹੋਏ ਲੋਕ ਕਹਿੰਦੇ ਪਰਚਾ ਕਰਾ ਦੇਣ। ਪਤਾ ਨਹੀਂ ਕਿੰਨੇ ਬੰਦਿਆਂ ਦੇ ਉੱਤੇ। ਸਾਡਾ ਇੱਕ ਸਾਥੀ ਗਗਨ ਗਿੱਲ, ਨੌਜਵਾਨ ਆਗੂ, ਤੁਹਾਡੀ ਵੀਡੀਓ ਪਾਈ, ਉਸ ਦੇ ਵੀਡੀਓ ਕਰਾਉਣ ਦੇ ਉੱਤੇ ਪਰਚਾ। ਸਾਡੇ ਹੋਰ ਸਾਥੀ, ਇੱਕ ਬੰਦੇ ਨੂੰ ਮੈਂ ਮਿਲਿਆ, ਉਹ ਕਹਿੰਦਾ ਇੱਕ ਦਿਨ ਮੈਂ ਕਮੈਂਟ ਕਰਤਾ, ਮੈਨੂੰ ਸਾਰੀ ਰਾਤ ਨੰਗਲ ਥਾਣੇ 'ਚ ਰੱਖਿਆ, ਮਿੰਨਤਾਂ ਕਰਕੇ ਛੱਡੇ। ਜੇ ਤੁਸੀਂ ਸੱਚੇ ਹੋ, ਜੇ ਅਗਰ ਜੋ ਹਰਜਾਪ ਸਿੰਘ ਨੇ ਗੱਲਾਂ ਕਹੀਆਂ ਸੀ, ਅਗਰ ਤੁਸੀਂ ਨਹੀਂ ਹੋ ਤਾਂ ਤੁਹਾਨੂੰ ਡਰਨ ਦੀ ਕੀ ਲੋੜ ਹੈ? ਤੁਸੀਂ ਵਕੀਲ ਹੋ, ਤੁਸੀਂ ਸਪੀਕਰ ਹੋ, ਸੰਵਿਧਾਨ ਦੀ ਰੱਖਿਆ ਕਰਨਾ ਤੁਹਾਡਾ ਫਰਜ਼ ਹੈ। ਤੁਹਾਨੂੰ ਇਹਨਾਂ ਗੱਲਾਂ ਦਾ ਪਤਾ। ਜੇ ਅਗਰ ਐਦਾਂ ਹੀ ਹੋਵੇ, ਰੋਜ਼ ਤੁਸੀਂ ਨਰਿੰਦਰ ਮੋਦੀ ਦਾ ਪੇਜ ਖੋਲ ਕੇ ਦੇਖ ਲਓ, ਦੇਸ਼ ਦਾ ਪ੍ਰਧਾਨ ਮੰਤਰੀ ਹੈ, ਲੋਕ ਲਿਖਦੇ ਨੇ, ਬਹੁਤ ਕੁਝ ਲਿਖਦੇ ਨੇ, ਸਾਰਿਆਂ ਤੇ ਪਰਚਾ ਹੋ ਜਾਊਗਾ। ਅਰਵਿੰਦ ਕੇਜਰੀਵਾਲ ਜੀ ਦਾ ਪੇਜ ਖੋਲ ਕੇ ਦੇਖ ਲਓ, ਲੋਕ ਉਹਨਾਂ ਬਾਰੇ ਆਪਣੀ ਰਾਏ ਰੱਖਦੇ ਨੇ, ਸਾਰਿਆਂ ਤੇ ਪਰਚਾ ਕਰਾਉਣਗੇ ਅਰਵਿੰਦ ਕੇਜਰੀਵਾਲ। ਤੁਸੀਂ ਰਾਹੁਲ ਗਾਂਧੀ ਦਾ ਕੀ ਲੋਕ ਕਹਿੰਦੇ ਨੇ, ਪੱਪੂ ਕੀ ਕੁਝ ਕਹਿੰਦੇ ਨੇ, ਰਾਹੁਲ ਗਾਂਧੀ ਸਾਰਿਆਂ ਤੇ ਪਰਚਾ ਕਰਾਊਗਾ। ਜੇ ਤੁਸੀਂ ਸੱਚੇ ਹੋ, ਜੇ ਤੁਸੀਂ ਪਬਲਿਕ ਲਾਈਫ 'ਚੋਂ, ਹਾਂ ਤੁਹਾਨੂੰ ਲੱਗਦਾ ਕੋਈ ਕਿਸੇ ਨੇ ਗਲਤ ਤੱਥ ਪੇਸ਼ ਕੀਤਾ, ਉਹਦੇ ਲਈ ਮਾਨਹਾਨੀ ਕਰੋ, ਉਹਦੇ ਲਈ ਮਾਨਹਾਨੀ ਕਰੋ। ਜੇ ਤੁਸੀਂ ਉਹ ਕੰਮ ਚੰਗੇ ਕੀਤੇ ਆ ਤਾਂ ਜੋ ਮਰਜ਼ੀ ਪਾਈ ਜਾਊਗਾ, ਉਹਦਾ ਫਰਕ ਨਹੀਂ ਪੈਂਦਾ। ਇਸ ਕਰਕੇ ਜਿਹੜਾ ਇੱਕ ਅਹਿਮ ਮੁੱਦਾ ਸਭ ਤੋਂ ਪਹਿਲਾਂ ਕਿ ਵੀ ਜਿਹੜਾ ਪਰਚਿਆਂ ਦਾ ਜਿਹੜਾ ਸਿਸਟਮ ਹੈ ਉਹ ਅਸੀਂ, ਤੇ ਇੱਥੇ ਤੱਕ ਵੀ ਮੈਂ ਤੁਹਾਨੂੰ ਬੜੀ ਸ਼ਰਮ ਆਉਂਦੀ ਹੈ
ਮੀਡੀਆ ਦੇ ਸਾਥੀਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਸਾਡੇ ਇਲਾਕੇ ਦੇ ਵਿੱਚ ਮੀਡੀਆ ਦੇ ਸਾਥੀਆਂ ਦੇ ਵੀ ਬਾਂਹ ਮਰੋੜੀ ਜਾਂਦੀ ਹੈ। ਨੰਗਲ 'ਚ ਮੈਂ ਇੱਦਾਂ ਦੇ ਸਾਥੀਆਂ ਨੂੰ ਜਾਣਦਾ ਜਿਨ੍ਹਾਂ ਦੇ ਪਰਚੇ ਕਰਾਇਆ ਦਿੱਤੇ ਜਾਣ ਜਾਂ ਪਰਚੇ ਕਰਾਉਣ ਦੀ ਧਮਕੀ ਦੇ ਦਿੱਤੀ। ਇਹ ਹਾਲ ਜਿਹੜਾ ਹੈਗਾ ਸਾਡਾ ਪ੍ਰਣ ਸੀਗਾ। ਮੈਂ ਜਦੋਂ ਆਇਆ ਸੀਗਾ ਤੇ ਇਸ ਪ੍ਰਣ ਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਤੇ ਅਸੀਂ ਜਿਹੜਾ ਪਰਚਿਆਂ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ, ਸਾਡੇ ਸਾਰੇ ਸਾਥੀਆਂ ਨਾਲ ਤੇ ਇਲਾਕੇ ਦੇ ਸਾਥ ਨਾਲ, ਤੁਸੀਂ ਦੇਖੋ ਕਿੱਦਾਂ ਦਾ ਰਿਸਪੌਂਸ ਮਿਲਿਆ ਫੇਸਬੁੱਕ ਤੇ। ਲੋਕਾਂ ਨੇ ਕਿਹਾ ਯਾਰ ਕਿ ਵੀ ਆਈ ਚਾਹੀਦਾ ਵੀ ਅਸੀਂ ਤਾਂ ਹੁਣ ਲੋਕ ਇਕੱਠੇ ਹੋ ਗਏ ਨੇ, ਇਹ ਤਾਂ ਪਰਮਾਤਮਾ ਨੇ ਸੇਵਾ ਕਰਾਣੀ ਸੀ, ਲੋਕ ਇਕੱਠੇ ਹੋ ਗਏ ਨੇ ਤੇ ਅਗਲੀ ਵਾਰੀ ਜੇ ਕੋਈ ਵੀ ਇਦਾਂ ਦਾ, ਤੇ ਇਹ ਬਹੁਤ ਆਪਣੇ ਹੀ ਕਾਂਗਰਸੀ ਆਗੂ ਝੂਠੇ ਪਰਚੇ 353 354 ਕਿਸੇ ਤੇ ਕੁਝ, ਅਗਰ ਕਿਸੇ ਤਰੀਕੇ ਦਾ ਵੀ ਕਿਸੇ ਵੀ ਸਾਥੀ ਦੇ ਉੱਤੇ ਗਲਤ ਕੰਮ ਕੀਤਾ ਗਿਆ, ਜਿਹੜੇ ਤੁਹਾਡੇ ਕਰਿੰਦੇ ਨੇ, ਮੈਂ ਇਹਨਾਂ ਨੂੰ ਵੀ ਸਿੱਧੀ ਵਾਰਨਿੰਗ ਦੇ ਰਿਹਾ। ਮੈਂ ਕਰਿੰਦਿਆਂ ਤੋਂ ਭਾਵ ਜਿਹੜੇ SHO ਲੱਗੇ ਨੇ, DSP ਲੱਗੇ ਨੇ, 4-4 ਸਾਲ ਤੋਂ ਇੱਕੋ ਥਾਣਿਆਂ 'ਚ ਬੈਠੇ ਨੇ, ਕੋਈ ਸਟੇਸ਼ਨਾਂ ਤੇ ਬੈਠੇ ਨੇ, ਉਹਨਾਂ ਨੂੰ 125 ਦਿਨ ਰਹਿ ਗਏ ਨੇ ਕੋਡ ਲੱਗਣ ਨੂੰ, 125 ਦਿਨ, 125 ਦਿਨ ਬਾਅਦ ਇਲੈਕਸ਼ਨ ਕਮਿਸ਼ਨ ਦੇ ਪਹਿਲੇ ਦਿਨ ਹੀ ਤੁਹਾਨੂੰ ਤੁਹਾਡੇ ਜਿਹੜਾ ਹੈਗਾ ਨਾ ਤੁਹਾਨੂੰ ਹਿਸਾਬ ਦੇਣਾ ਪੈਣਾ। ਇਸ ਕਰਕੇ ਫਾਲ ਇਨ ਲਾਈਨ। ਸਾਡੇ ਇਲਾਕੇ ਚੋਰੀਆਂ ਹੁੰਦੀਆਂ, ਦੁਕਾਨਾਂ 'ਚ, ਮਕਾਨਾਂ 'ਚ ਕੋਈ ਪਰਚਾ ਨਹੀਂ। ਮੈਂ ਪੁੱਛਿਆ SHO ਨੂੰ, ਅਨੰਦਪੁਰ ਸਾਹਿਬ ਨੂੰ ਕਿੰਨੇ ਪਰਚੇ ਆ, ਕਹਿੰਦਾ ਜੀ 100 ਪਰਚਾ ਹੋਇਆ ਜੀ। ਕ੍ਰਾਈਮ ਹੀ ਹੈ ਨਹੀਂ। ਕ੍ਰਾਈਮ ਇਸ ਕਰਕੇ ਨਹੀਂ ਹੈਗਾ ਕਿ ਜਿੱਥੇ ਰਾਣਾ ਜੀ ਕਹਿੰਦੇ ਉਹਨੂੰ ਡਰਾਣਾ, ਉਹਦੇ ਤੇ ਪਰਚਾ, ਪਰ ਅਗਰ ਕਿਸੇ ਦੀ ਦੁਕਾਨ ਦੇ, ਕਿਸੇ ਦੇ ਮਕਾਨ ਦੇ ਵਿੱਚ ਜੇ ਕਿਸੇ ਦੀ ਜੇਬ ਕਤਰਾ ਹੋ ਜਾਏ, ਕਿਸੇ ਦੀ ਕੋਈ ਸਾਡੀ ਮਾਂ ਭੈਣ ਦੀ ਕੋਈ ਚੈਨੀ ਖੋ ਕੇ ਲੈ ਜਾਵੇ, ਕੋਈ ਪਰਚਾ ਨਹੀਂ। ਉਹ ਕ੍ਰਾਈਮ ਨਹੀਂ ਹੈਗਾ ਇਸ ਇਲਾਕੇ 'ਚ। ਪੂਰੇ ਨੰਗਲ 'ਚ ਸੱਟਾ ਚੱਲਦਾ, ਨਸ਼ਾ ਵਿਕਦਾ, ਕੋਈ ਪਰਚਾ ਨਹੀਂ। ਪਰਚਾ ਤਾਂ ਸਿਰਫ ਲੋਕਾਂ ਨੂੰ ਦਬਾਉਣ ਲਈ ਹੈ। ਇਸ ਕਰਕੇ ਆ ਇੱਕ ਬੜਾ ਗੰਭੀਰ ਮੁੱਦਾ ਹੈ। ਨਾਲ ਹੀ ਹਾਲ ਹੀ ਦੇ ਵਿੱਚ ਰੋਜ਼ ਦੇਖਦੇ ਹਾਂ ਕਿ ਸ਼ਾਇਦ ਪਤਾ ਨਹੀਂ ਕਿੰਨਾ ਕੁ ਵਿਕਾਸ ਕਰਾ ਦਿੱਤਾ ਇਸ ਇਲਾਕੇ 'ਚ, ਤੇ ਇਸ ਇਲਾਕੇ ਦੇ ਲੋਕ ਆਪ ਹੀ ਜਾ ਕੇ, ਉਹ ਵੀ ਆਪਣੇ ਘਰਾਂ ਤੋਂ ਸਪੈਸ਼ਲ ਚੱਲ ਕੇ ਰੋਪੜ ਜਾ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਪਹਿਲੀ ਗੱਲ, ਜਿਹੜੇ ਲੋਕ ਸ਼ਾਮਲ ਹੁੰਦੇ ਨੇ ਉਹਨਾਂ ਦਾ ਪਤਾ ਕੀਤਾ ਜਾਵੇ। ਕਾਂਗਰਸ ਦੇ ਵਰਕਰਾਂ ਨੂੰ ਹੀ, ਕਾਂਗਰਸ ਦੇ ਲੀਡਰਾਂ ਨੂੰ ਹੀ ਦੁਬਾਰਾ ਸਰੋਪਾ ਪਵਾ ਕੇ ਸ਼ਾਮਲ ਕੀਤਾ ਜਾਵੇ। ਮੈਂ ਪੁੱਛਣਾ ਚਾਹੂੰਗਾ, ਤਕਰੀਬਨ ਪੌਣਾ 15 ਸਾਲ, ਪਿਛਲੇ 20 ਸਾਲਾਂ ਚੋਂ ਪੌਣਾ 15 ਸਾਲ, 14.5 ਸਾਲਾਂ ਤੋਂ ਵੱਧ ਤੁਸੀਂ MLA ਰਹੇ ਹੋ। ਸਪੀਕਰ ਸਾਹਿਬ, ਤੁਸੀਂ MLA ਰਹੇ ਹੋ, ਤੇ ਇਸ 14.5 ਸਾਲਾਂ ਦੇ ਵਿੱਚ 10 ਸਾਲ ਤੁਹਾਡੀ ਸਰਕਾਰ ਰਹੀ ਹੈ। ਉਹਨਾਂ 10 ਸਾਲਾਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਰਿਹਾ, ਤੁਸੀਂ ਕਹਿੰਦੇ ਹੋ ਮੇਰੇ ਬਹੁਤ ਕਰੀਬੀ ਹੈ। ਹੁਣ ਵੀ ਆਪਾਂ ਕਾਂਗਰਸ ਦੇ ਘਮਾਸਾਨ 'ਚ ਦੇਖਿਆ, ਉਹਨਾਂ ਦੇ ਕਰੀਬੀ ਨੇ, ਪਰ ਸਾਡੇ ਇਲਾਕੇ ਨੂੰ ਕੀ ਦਿੱਤਾ ਤੁਸੀਂ? ਤੁਹਾਨੂੰ ਆਪ ਨਹੀਂ ਸ਼ਰਮ ਆਉਂਦੀ? ਅੱਜ ਵੀ ਤੁਸੀਂ ਨਾਲੀਆਂ ਤੇ ਗਲੀਆਂ ਦਾ ਨਹੀਂ ਪੱਥਰ ਰੱਖ ਰਹੇ 14.5 ਸਾਲਾਂ ਬਾਅਦ। ਤੁਸੀਂ ਦੱਸੋ ਕਿਹੜਾ ਅਦਾਰਾ ਬਣਾਇਆ ਤੁਸੀਂ? ਸਾਰੇ ਕਿੰਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ? ਜਿਨ੍ਹਾਂ ਨੂੰ ਦਿੱਤੀਆਂ ਉਹ ਕਿਹਨਾਂ ਦੇ ਮੁੰਡੇ ਹੈ, ਉਹ ਸਾਰਾ ਇਲਾਕਾ ਜਾਣਦਾ, ਪਰ ਆਮ ਘਰਾਂ ਦੇ ਨੌਜਵਾਨਾਂ ਨੂੰ ਕਿੰਨਿਆਂ ਨੂੰ ਨੌਕਰੀ ਦਿੱਤੀ? ਵੀ ਤੁਸੀਂ ਮੈਨੂੰ ਬਜ਼ੁਰਗ ਦੱਸਦੇ ਆ, ਵੋਟਾਂ ਵੇਲੇ ਤੁਸੀਂ ਪੈਰੀ ਹੱਥ ਲਾਉਂਦੇ ਸੀ, ਇਹ ਹੱਥ ਜੋੜ ਕੇ ਕਹਿੰਦੇ ਸੀ ਇੱਕ ਵਾਰੀ ਝੰਡੀ ਲਵਾ ਦਿਓ। ਅੱਜ ਉਹ ਤੁਹਾਨੂੰ ਮਾਣ ਬਖਸ਼ਤਾ, ਵਿਧਾਨ ਸਭਾ ਦੀ ਸਭ ਤੋਂ ਉੱਚੀ ਕੁਰਸੀ ਤੁਹਾਨੂੰ ਬਖਸ਼ੀ। ਤੁਸੀਂ ਜਦੋਂ ਸਾਡੇ ਇਲਾਕੇ 'ਚ ਆਉਂਦੇ ਹੋ, ਤੁਸੀਂ 5-5 6-6 ਪਾਇਲਟਾਂ ਲਾਈਆਂ ਹੋਈਆਂ, ਇਕੱਲੇ ਬੈਠੇ ਹੁੰਦੇ ਗੱਡੀ 'ਚ, ਮੈਂ ਦੇਖਦਾ, ਲੋਕਾਂ ਤੇ ਦਹਿਸ਼ਤ ਪਾਉਂਦੇ। ਕਦੀ ਸੋਚਿਆ ਤੁਸੀਂ ਕਿ ਨੰਗਲ ਦੇ ਵਿੱਚ ਫਲਾਈਓਵਰ ਦਾ ਮਸਲਾ ਹੈ, ਤੁਸੀਂ ਵਾਅਦਾ ਕਰਕੇ ਆਏ ਸੀ ਸ਼ਿਵਾਲਿਕ ਐਵਨਿਊ ਵਾਲਿਆਂ ਨੂੰ ਕਿ ਮੈਂ ਨਹੀਂ ਬਣਨ ਦੂੰਗਾ। ਕਦੀ ਬ੍ਰੇਕ ਮਾਰ ਕੇ ਪੁੱਛਿਆ ਉਹਨਾਂ ਨੂੰ ਕਿ ਹਾਂ ਜੀ ਮੈਂ ਕੀ ਤੁਹਾਡੇ ਤੇ? ਕਦੀ ਅੱਡਾ ਮਾਰਕੀਟ 'ਚ ਇੰਨੇ ਟੋਏ ਨੇ, ਯੂਨੀਅਨ ਦੇ ਸਾਹਮਣੇ ਮੀਂਹ ਪੈ ਜਾਵੇ ਉੱਥੋਂ ਕੋਈ ਪੈਦਲ ਨਹੀਂ ਲੰਘ ਸਕਦਾ, ਕਦੀ ਉੱਥੇ ਬ੍ਰੇਕ ਮਾਰ ਕੇ ਦੇਖਿਆ? ਸਾਰਾ ਨੰਗਲ ਸ਼ਹਿਰ ਜਿਹੜਾ ਹੈ ਉਹ ਜੰਗਲ ਬਣਿਆ ਪਿਆ, ਪਾਰਕਾਂ ਦੇ ਵਿੱਚ 2-2 ਫੁੱਟ ਘਾਹ। ਕਿਸੇ ਟਾਈਮ ਤੇ ਉਹਨੂੰ ਮਿੰਨੀ ਚੰਡੀਗੜ੍ਹ ਕਿਹਾ ਜਾਂਦਾ ਸੀ। ਅੱਜ ਉਹ ਸਫਾਈ ਦੇ ਵਿੱਚ ਉਸ ਸ਼ਹਿਰ ਦੇ ਵੱਲ ਦੇਖ ਕੇ ਤਰਸ ਆਉਂਦਾ, ਰੋਣਾ ਆਉਂਦਾ। ਤੇ ਤੁਹਾਡੇ ਤੋਂ ਜਵਾਬ ਹੈ ਕਿ ਪਿਛਲੇ 20 ਸਾਲਾਂ ਦੇ ਵਿੱਚੋਂ 15 ਸਾਲ ਤੁਹਾਡੀ ਹਕੂਮਤ ਰਹੀ ਹੈ, ਕਿਉਂ ਨੰਗਲ ਦਾ ਸ਼ਹਿਰ ਦਾ ਇਹ ਹਾਲ ਹੋ ਗਿਆ? ਕਿਉਂ ਫੈਕਟਰੀਆਂ ਨੂੰ ਤਾਲੇ ਲੱਗ ਗਏ? ਕਿਉਂ ਫੈਕਟਰੀਆਂ ਵਿਕ ਗਈਆਂ? ਕੌਣ ਜ਼ਿੰਮੇਦਾਰ ਹੈ? ਕਿਸੇ ਹਸਪੀਟਲ ਦੇ ਵਿੱਚ ਟੈਸਟ ਨਹੀਂ ਹੁੰਦੇ, ਕਿੱਥੇ ਹਸਪੀਟਲ ਹੀ ਹੈ ਨਹੀਂ, ਜਿੱਥੇ ਬਿਲਡਿੰਗ ਹੈ ਉੱਥੇ ਡਾਕਟਰ ਹੈ ਨਹੀਂ, ਜਿੱਥੇ ਡਾਕਟਰ ਉੱਥੇ ਟੈਸਟ ਨਹੀਂ ਹੁੰਦੇ, ਜਿੱਥੇ ਟੈਸਟ ਉੱਥੇ ਦਵਾਈਆਂ ਨਹੀਂ ਮਿਲਦੀਆਂ। ਕਿਉਂ ਸਾਡੇ ਲੋਕ PGI ਜਾ ਕੇ ਖੱਜਲ ਖੁਆਰ ਹੋਣ? ਕਿਉਂ ਕੋਈ ਇਦਾਂ ਦਾ ਸਟੇਡੀਅਮ ਨਹੀਂ ਹੈਗਾ? ਕਿਉਂ ਸਾਡੇ ਇਲਾਕੇ ਦਾ ਕੋਈ ਵੀ ਮੁੰਡਾ ਜਾ ਕੇ ਇੰਡੀਆ ਦੀ ਟੀਮ 'ਚ ਨਹੀਂ ਖੇਡ ਸਕਿਆ? ਇੱਕ ਵੀ ਐਸਟ੍ਰੋਟਰਫ ਹੈ ਨਹੀਂ, ਕਿੱਥੋਂ ਖੇਡਾਂਗੇ? ਕੋਈ ਇਦਾਂ ਦਾ ਸਟੇਡੀਅਮ ਇਹ ਕਹਿ ਦੇਣ, ਕੋਈ ਕਿੱਦਾਂ ਦਾ ਦਾਰਾ ਕਹਿ ਦੇਣ ਦਾਵਾ ਕਰਕੇ ਕਿ ਹਾਂ ਇਹ ਕਰਾ ਕੇ ਦਿਖਾਇਆ। ਵਾਅਦੇ ਕੀਤੇ ਤੁਸੀਂ ਲੋਕਾਂ ਨੂੰ। ਤੁਸੀਂ ਆ ਜਿਹੜੇ ਮੈਂ ਇਸੇ ਕਰਕੇ ਕਹਿੰਦਾ ਕਿ ਇਹਨਾਂ ਲੋਕਾਂ ਕਰਕੇ, ਬਲਕਿ ਤੁਹਾਨੂੰ ਚਾਹੀਦਾ ਜਦੋਂ ਤੁਸੀਂ ਸਰਸਾ ਨੰਗਲ ਕ੍ਰਾਸ ਕਰ ਜਾਓ ਵੀ ਇੱਕ ਪਿੰਡ 'ਚ ਆਮ ਆਪਣੀ ਸਿੰਪਲ ਗੱਡੀ ਤੇ ਜਾਓ, ਕਿਉਂਕਿ ਜਿਹੜੀ ਤੁਸੀਂ ਆ ਪਾਇਲਟਾਂ ਲਈ ਫਿਰਦੇ ਹੋ, ਜੋ ਮਾਨ ਸਨਮਾਨ ਉਹ ਤੁਹਾਨੂੰ ਇਹਨਾਂ ਲੋਕਾਂ ਨੇ ਦਿੱਤਾ, ਤੇ ਉਹ ਤੁਸੀਂ ਇਹਨਾਂ ਲੋਕਾਂ ਦੇ ਉੱਤੇ ਡਰਾਉਣ ਦੇ ਲਈ, ਮਾਹੌਲ ਬਣਾਉਣ ਦੇ ਲਈ, ਖੌਫ ਪੈਦਾ ਕਰਨ ਦੇ ਲਈ ਵਰਤ ਰਹੇ ਹੋ। ਜਿਹੜੀ ਆ ਸੱਤਾ ਹੈ ਨਾ, ਹਮੇਸ਼ਾ ਨਹੀਂ ਰਹਿੰਦੀ, ਬਹੁਤ ਘੱਟ ਸਮਾਂ ਰਹਿ ਗਿਆ।
ਹੁਣ ਵੀ ਦੇਖੋ, ਇਹ ਮੈਂ ਫਿਰ ਕਹਿਣਾ, ਮੈਂ ਬਹੁਤ ਛੋਟਾ ਆਦਮੀ ਹਾਂ, ਪਰ ਤੁਹਾਡੇ ਸਾਥ ਸਦਕਾ, ਸਾਡੇ ਸਾਥੀਆਂ ਦੀ ਮਿਹਨਤ ਸਦਕਾ ਅੱਜ ਮਜਬੂਰ ਕਰਤਾ। ਮੈਨੂੰ ਸਰਪੰਚਾਂ ਦੇ ਫੋਨ ਆਉਂਦੇ ਆ, ਕਹਿੰਦੇ ਬਹੁਤ ਬਹੁਤ ਧੰਨਵਾਦ ਤੇਰਾ। ਮੈਂ ਕਿਹਾ ਕੀ ਹੋ ਗਿਆ ਜੀ? ਕਹਿੰਦੇ 4 ਸਾਲਾਂ 'ਚ ਸਾਨੂੰ ਕਦੀ ਪਿੱਛਿਆ ਨਹੀਂ, ਹੁਣ ਫੋਨ ਕਰਕੇ 10 ਲੱਖ ਦਈਏ, 20 ਲੱਖ ਦਈਏ, 40 ਲੱਖ ਦਈਏ। ਸਰਪੰਚ ਸਾਹਿਬ ਬੋਲੋ, ਜਿਹੜੇ ਪਿੰਡ ਦੇ ਵਿੱਚ ਅਸੀਂ ਮੀਟਿੰਗ ਕਰੀਏ ਅਗਲੇ ਦਿਨ ਉੱਥੇ ਪਹੁੰਚੇ ਹੁੰਦੇ ਨੇ, ਵੀ ਦੱਸੋ ਕੀ ਕਰੀਏ। ਟਕਸਾਲੀ ਕਾਂਗਰਸੀਆਂ ਮੈਨੂੰ ਮਿਲਦੇ ਨੇ, ਕਹਿੰਦੇ ਬਹੁਤ ਧੰਨਵਾਦ ਤੇਰਾ। ਮੈਂ ਕਿਹਾ ਜੀ ਕੀ ਕਰਤਾ ਮੈਂ? ਤਾਂ ਤੁਸੀਂ ਮੈਨੂੰ ਮਿਲਿਆ ਵੀ ਹੈ ਨਹੀਂ ਮੈਂ ਤੁਹਾਨੂੰ। ਕਹਿੰਦੇ ਤੇਰੇ ਕਰਕੇ ਸਾਨੂੰ ਦੁਬਾਰਾ ਸਾਡੀ ਪੁੱਛਗਿੱਛ ਹੋਣ ਲੱਗੀ, ਬਹੁਤ ਧੰਨਵਾਦ। ਇਹ ਅਸੀਂ ਜਿਹੜਾ ਮਿਸ਼ਨ ਸੀਗਾ ਇਹਦੇ 'ਚ ਕਾਮਯਾਬ ਹੋ ਗਏ ਤੇ ਹੋਰ ਮਿਹਨਤ ਕਰਾਂਗੇ, ਇਹਨਾਂ ਤੋਂ ਕੰਮ ਕਰਾਵਾਂਗੇ। ਹਜੇ 4 ਮਹੀਨਿਆਂ 'ਚ ਵੀ ਜਿਹੜੇ ਕੰਮ ਹੈ ਨਾ ਅਸੀਂ ਕਰਾ ਕੇ ਦਿਖਾਵਾਂਗੇ। ਤੇ ਇਹ ਵੀ ਹੈ, ਇਹ ਵਾਅਦੇ ਨਹੀਂ ਰਹਿ ਜਾਣਗੇ ਕਿ ਹਾਂ 40 ਲੱਖ ਦੇਤਾ, 10 ਕਰੋੜ ਦੇਤਾ। ਜਵਾਬ ਦੇਣਾ ਪੈਣਾ। 3 ਮਹੀਨੇ ਹੋ ਗਏ ਅਜੇ ਤੱਕ ਪੰਚਾਇਤਾਂ ਨੂੰ ਪੈਸਾ ਆਇਆ ਨਹੀਂ। ਇਹ ਦੱਸਣਾ ਪੈਣਾ ਕਦੋਂ ਆਊਗਾ ਪੈਸਾ, ਕਿੰਨੇ ਦਿਨਾਂ 'ਚ ਆਊਗਾ। ਇਹ ਤੁਹਾਨੂੰ ਜਿਹੜਾ ਹੈਗਾ ਜਵਾਬ ਦੇਣਾ ਪੈਣਾ। ਇਸ ਤੋਂ ਇਲਾਵਾ ਬਹੁਤ ਹੋਰ ਸਾਰੇ ਮੁੱਦੇ ਨੇ ਜਿਹੜੇ, ਪਰ ਮੈਂ 4 ਅਹਿਮ ਸਵਾਲ ਆਪ ਜੀ ਦੇ ਜ਼ਰੀਏ, ਜਿਹੜੇ ਸਾਡੇ ਇਲਾਕੇ ਦੇ ਸਭ ਤੋਂ ਗੰਭੀਰ ਮੁੱਦੇ ਨੇ, ਇਸ ਇਲਾਕੇ ਦੇ, ਇਸ ਧਰਤੀ ਦੇ, ਇਸ ਵਿਧਾਨ ਸਭਾ ਹਲਕੇ ਦੇ, ਮੈਂ 4 ਸਵਾਲ ਰਾਣਾ ਕੇਪੀ ਸਪੀਕਰ ਸਾਹਿਬ ਦੇ ਸਾਹਮਣੇ ਰੱਖਦਾ ਤੇ ਉਹਨਾਂ ਤੋਂ ਜਵਾਬ ਚਾਹੁੰਦਾ। ਪਹਿਲਾ ਸਵਾਲ, PACL ਦਾ ਇੱਕ ਮੁੱਦਾ ਬੜੇ ਗੰਭੀਰਤਾ ਨਾਲ ਇਸ ਇਲਾਕੇ 'ਚ ਫੈਲਿਆ ਤੇ ਸਿੱਧੇ ਇਲਜ਼ਾਮ ਲੱਗਦੇ ਆ ਉਹਨਾਂ ਦੇ ਉੱਤੇ ਕਿ ਜੀ ਜਿਹੜੀ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਦੀ ਫੈਕਟਰੀ ਸੀ ਉਹ ਚੰਦ ਪੈਸਿਆਂ ਦੇ ਵਿੱਚ ਵੇਚ ਦਿੱਤੀ ਗਈ। ਵੇਚਣ ਤੋਂ ਪਹਿਲਾਂ ਉੱਥੇ ਸਰਕਾਰੀ ਪੈਸੇ ਦੇ ਨਾਲ ਸੜਕਾਂ ਬਣੀਆਂ, ਕੰਮ ਹੋਇਆ, ਪਤਾ ਸੀਗਾ ਕਿ ਉਹਦੀ ਸੇਲ ਚੱਲ ਰਹੀ ਹੈ, ਵੀ ਉਹਦੇ ਉੱਤੇ ਵਾਈਟ ਪੇਪਰ ਸਪੀਕਰ ਸਾਹਿਬ ਪੇਸ਼ ਕਰਨ ਅਗਲੇ 30 ਦਿਨਾਂ ਦੇ ਵਿੱਚ। ਜੇ ਅਗਰ ਉਹਨਾਂ ਦਾ ਇਹਦੇ ਵਿੱਚ ਰੋਲ ਨਹੀਂ ਹੈ, ਉਹਨਾਂ ਦੇ ਪਰਿਵਾਰ ਦਾ ਰੋਲ ਨਹੀਂ ਹੈ, ਤੇ ਸਾਡੇ ਇਲਾਕੇ ਦੇ ਨਾਲ ਧੋਖਾ ਹੋਇਆ। ਇਹ ਸਾਡੇ ਆਮ ਲੋਕਾਂ ਦੇ ਪੈਸੇ ਨਾਲ, ਨੰਗਲ ਸ਼ਹਿਰ ਦੇ ਨਾਲ ਧੋਖਾ ਹੋਇਆ। ਜੇ ਅਗਰ ਇਹ ਠੱਗੀ ਵੱਜੀ ਹੈ, ਅਗਰ ਇਹ ਸਕੈਮ ਹੋਇਆ, ਇਸ ਸਕੈਮ ਦੇ ਉੱਤੇ ਵਾਈਟ ਪੇਪਰ, ਅਗਰ ਉਹਨਾਂ ਦੀ ਨੀਅਤ ਸਾਫ਼ ਹੈ, ਜਾਂ ਜੇ ਅਗਰ ਕੋਈ ਸਕੈਮ ਨਹੀਂ ਹੈ, ਵਾਕਈ ਤੱਥ ਸਾਫ਼ ਹੈ, ਇੱਕ ਵਾਈਟ ਪੇਪਰ ਰਾਣਾ ਕੇਪੀ PACL ਦੇ ਮੁੱਦੇ ਦੇ ਉੱਤੇ ਲੈ ਕੇ ਆਉਣ 30 ਦਿਨਾਂ ਦੇ ਵਿੱਚ, ਨਹੀਂ ਤਾਂ ਕਾਗਜ਼ ਅਸੀਂ ਲੈ ਕੇ ਆਵਾਂਗੇ। 30 ਦਿਨ ਦਾ ਉਹਨਾਂ ਨੂੰ ਸਮਾਂ ਦਿਓ। ਨੰਬਰ 2, ਸਾਡੇ ਇਲਾਕੇ ਜ਼ਮੀਨਾਂ ਘੱਟ ਹੈ, ਨੌਕਰੀਆਂ ਨਹੀਂ ਦੇਣੀ ਨਹੀਂ ਹੈਗੀ। ਸਾਡੇ ਟਰਾਂਸਪੋਰਟ ਦੇ ਟਰੱਕ ਡਰਾਈਵਰ, ਟਰੱਕ ਮਾਲਕ, ਉਹ ਵਿਚਾਰੇ ਆਪਣੀ ਰੋਟੀ ਖਾ ਰਹੇ ਸੀਗੇ। ਪਤਾ ਉਹਨਾਂ ਨਾਲ ਵਾਅਦਾ ਕੀਤਾ ਗਿਆ 2017 ਤੋਂ ਪਹਿਲਾਂ ਕਿ ਜੀ ਸਾਨੂੰ ਮੌਕਾ ਦਿਓ, ਤੁਹਾਡੀ ਯੂਨੀਅਨ 'ਚ ਜਾਨ ਪਾ ਦਾਂਗੇ। ਅੱਜ ਯੂਨੀਅਨ ਵਾਲੇ ਕਦੀ ਕਿਸੇ ਦਰ ਤੇ, ਕਦੀ ਕਿਸੇ ਦਰ ਤੇ ਪੈਸੇ ਇਕੱਠੇ, ਉਹਨਾਂ ਨੂੰ ਕੇਸਾਂ 'ਚ ਉਲਝਾਤਾ। ਉਹਨਾਂ ਦੀ ਗੱਡੀਆਂ ਖੜ ਕੇ ਕਿਸ਼ਤਾਂ ਦੇ ਰਹੀਆਂ, ਟਾਇਰ ਖੜੇ ਜਿਹੜੇ ਆ ਗਲ ਗਏ, ਉਹ ਆਪਣੀ ਰੋਟੀ ਤੋਂ ਮੁਹਤਾਜ ਹੋ ਗਏ। ਯੂਨੀਅਨ ਦੇ ਬਾਰੇ ਰਾਣਾ ਕੇਪੀ ਦੀ ਕੀ ਰਾਏ ਹੈ? ਯੂਨੀਅਨ ਦੇ ਸਾਥੀਆਂ ਨਾਲ ਜਿਹੜੇ ਕੀਤੇ ਹੋਏ ਵਾਅਦੇ ਹੈ, ਉਹ ਅੱਜ ਉਹ ਕਿੱਥੇ ਖੜੇ ਨੇ ਤੇ ਕੀ ਪਾਲਿਸੀ ਹੈ ਉਹਨਾਂ ਦੀ ਯੂਨੀਅਨ ਦੇ ਉੱਤੇ? ਰਾਣਾ ਕੇਪੀ ਜਦੋਂ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਤਕਰੀਬਨ 128 ਪਿੰਡਾਂ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਯੂਨੀਅਨ ਦੇ ਨਾਲ ਜੁੜੇ ਹੋਏ ਨੇ। ਬਹੁਤ ਸਾਰੇ ਸਪੇਅਰ ਪਾਰਟ ਦੀ ਦੁਕਾਨਾਂ, ਸਾਡਾ ਇਲਾਕਾ ਜਿਹੜਾ ਚੱਲਦਾ ਯੂਨੀਅਨ ਦੇ ਮਸਲੇ ਦੇ ਉੱਤੇ ਹੈ। ਨੰਬਰ 3, ਉਹ ਵੀਡੀਓ ਬਹੁਤ ਘੁੰਮਦੀ ਹੈ ਜਿਹਦੇ ਵਿੱਚ ਸਪੀਕਰ ਸਾਹਿਬ ਕਹਿੰਦੇ ਨੇ ਕੌਣ ਨੇ ਉਹ ਲੋਕ ਜਿਹੜੇ ਮਾਈਨਿੰਗ ਕਰਾਉਂਦੇ ਨੇ। ਅੱਜ 4.5 ਸਾਲ ਹੋ ਗਏ ਸਪੀਕਰ ਸਾਹਿਬ, ਸਾਨੂੰ ਲਿਸਟ ਚਾਹੀਦੀ ਨੇ ਕੌਣ ਨੇ ਉਹ ਲੋਕ, ਕਿਉਂਕਿ ਤੁਸੀਂ, ਤੁਹਾਡੇ ਬਾਰੇ ਇਹ ਚਰਚਾ ਹੈ ਕਿ ਮਿੱਤਲ ਸਾਹਿਬ 1 ਲੱਖ ਰੁਪਏ ਲੈਂਦੇ ਸੀ ਕ੍ਰਸ਼ਰ ਵਾਲੇ ਤੋਂ, ਤੁਸੀਂ 2 ਲੱਖ ਰੁਪਏ ਰੇਟ ਕਰਤਾ, ਤੁਸੀਂ 2 ਲੱਖ ਰੁਪਏ। ਤੇ ਨਾਲ ਹੀ ਸਾਨੂੰ ਜਵਾਬ ਚਾਹੀਦਾ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਦਾ, ਤੁਹਾਡੇ ਰਿਸ਼ਤੇਦਾਰਾਂ ਦਾ ਸਿੱਧੇ ਤੌਰ ਤੇ ਕਿਹੜੇ ਕ੍ਰਸ਼ਰਾਂ ਦੇ ਵਿੱਚ ਉਹਨਾਂ ਦਾ ਨਾਮ ਹੈ, ਕਿਹੜੇ ਕ੍ਰਸ਼ਰਾਂ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਹੈ। ਤੇ 4.5 ਸਾਲ ਪਹਿਲਾਂ ਜਿਹੜੀ ਤੁਹਾਡੀ ਵੀਡੀਓ ਸੀ, ਉਹ ਸਾਨੂੰ ਚਾਹੀਦੀ ਹੈ ਕਿ ਕੌਣ ਨੇ ਉਹ ਲੋਕ। ਸਾਡਾ ਕੋਈ ਗਰੀਬ ਮੁੰਡਾ, ਸਾਡਾ ਕੋਈ ਗਰੀਬ ਕਿਸਾਨ, ਕੋਈ ਆਮ ਬੰਦਾ ਜੇ ਟਰਾਲੀ ਭਰ ਲਵੇ, ਚੱਟ ਪਰਚਾ ਉਹਦੇ ਤੇ। ਰਾਤ ਨੂੰ ਤੁਸੀਂ ਨਾ ਕਿਸੇ ਦਿਨ ਡਰੋਨ ਛੱਡ ਕੇ ਦੇਖੋ, ਮੈਂ ਛਡਵਾਉਂਗਾ ਕਿਸ ਦਿਨ, ਐ ਬਣਿਆ ਹੁੰਦਾ ਅਨੰਦਪੁਰ ਸਾਹਿਬ ਸਾਡਾ ਇੱਧਰ ਆਗਮਪੁਰ ਦੇ, ਜਿਵੇਂ ਕੋਈ ਨਿਊਯਾਰਕ ਸ਼ਹਿਰ ਹੋ, ਇੰਨੀਆਂ ਲਾਈਟਾਂ। ਇਹ ਮਾਈਨਿੰਗ ਤੁਸੀਂ ਕਰੋੜਾਂ ਅਰਬਾਂ ਰੁਪਏ ਦਾ ਇੱਥੋਂ ਲੁੱਟ ਕੇ ਲੈ ਗਏ, ਵੀ ਹੁਣ ਦੱਸੋ ਕੌਣ ਨੇ ਉਹ ਲੋਕ? ਇਹ ਲੋਕ ਗੱਲਾਂ ਕਰਦੇ ਨੇ। ਸਾਡੇ ਪਿੰਡਾਂ ਚੰਗਰ 'ਚ ਪਾਣੀ ਕੀ ਪਹੁੰਚਾਉਣਾ ਸੀਗਾ, ਬੇਲਿਆਂ 'ਚ ਭਨਾਮ ਭਲਾਨ ਪਾਣੀ ਮੁੱਕ ਗਿਆ, ਨਾਲ ਦਰਿਆ ਵਗਦਾ, ਵੀ ਕੌਣ ਉਹ ਜ਼ਿੰਮੇਦਾਰੀ? ਉਹ ਜਿਹੜਾ ਸਾਡੇ ਵਾਤਾਵਰਨ ਦਾ ਨੁਕਸਾਨ ਹੋਇਆ, ਉਹਦੀ ਕੋਈ ਸਟੱਡੀ ਹੋਊਗੀ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹਨਾਂ ਪਿੰਡਾਂ ਦਾ ਕੀ ਹਾਲ ਹੋਊਗਾ? ਆਪਾਂ ਸਾਰੇ ਪਾਣੀ ਤੋਂ ਆਪਾਂ ਵਾਂਝੇ ਰਹਿ ਜਾਵਾਂਗੇ। ਵੀ ਕੋਈ ਵਾਤਾਵਰਨ ਦੀ ਸਟੱਡੀ ਹੋਈ ਹੈ ਵੀ ਕੌਣ ਉਹ ਜ਼ਿੰਮੇਦਾਰ ਨੇ? ਤੇ ਨੰਬਰ 4 ਤੇ ਸਭ ਤੋਂ ਅਹਿਮ ਮੁੱਦਾ ਜਿਹੜਾ ਚੰਗਰ ਦਾ, ਕਿ ਤੁਸੀਂ ਆਪਣੇ ਦੋਸਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉੱਥੇ ਰੋਟੀ ਖਾ ਕੇ ਗਏ ਸੀ ਤੇ ਚੰਗਰ ਦੇ ਨਾਲ ਹਰ ਵਾਰੀ ਵਾਅਦਾ ਕੀਤਾ ਜੀ ਪਾਣੀ ਪਹੁੰਚਾਉਂਗੇ ਖੇਤਾਂ ਤੱਕ। ਆਹ ਤੁਹਾਡੀ ਇੱਕ ਖਬਰ ਹੈ ਜੀ 19 ਮਾਰਚ ਦੀ ਕਿ ਚੰਗਰ ਦੇ ਚੱਪੇ ਤੱਕ ਪਾਣੀ ਪਹੁੰਚਾ ਦਿੱਤਾ ਜਾਊਗਾ ਅਗਲੇ 2 ਮਹੀਨਿਆਂ 'ਚ। ਮਾਰਚ ਦੀ ਖਬਰ ਹੈ, ਅੱਜ ਅਗਸਤ ਵੀ ਬੀਤ ਗਿਆ, ਪਰ ਜਦੋਂ ਉੱਥੇ ਪਾਣੀ ਨਹੀਂ ਆਉਂਦਾ, ਕੋਈ ਪਹੁੰਚਦਾ ਨਹੀਂ ਹੈਗਾ ਖੇਤਾਂ ਤੱਕ, ਤਾਂ ਕੀ ਪਾਣੀ ਪੁੱਜਣਾ? ਮੈਨੂੰ ਯਾਦ ਹੈ ਪਿੱਛੇ ਜੇ ਅਗਰ ਆਪਾਂ ਨਾ ਉਹ ਆਵਾਜ਼ ਚੱਕਦੇ, 3 ਦਿਨਾਂ ਤੋਂ ਉੱਥੇ ਪਾਣੀ ਨਹੀਂ ਆਇਆ ਸੀ। ਪੀਣ ਵਾਲਾ ਪਾਣੀ ਸਾਰੇ ਦਿਨ 'ਚ 1 ਘੰਟਾ ਆਉਂਦਾ, 1 ਘੰਟਾ।
1 ਘੰਟੇ ਦੇ ਵਿੱਚ ਹੀ ਪੀਣ ਵਾਲਾ ਨਾਨ ਵਾਲਾ ਪਾਣੀ ਹੋਊਗਾ। ਖੇਤਾਂ ਦੇ ਪਾਣੀ ਤਾਂ ਬਹੁਤ ਦੂਰ ਹੈ। ਵੀ ਹੁਣ ਦੱਸੋ, ਸਾਨੂੰ ਤਰੀਕ ਦੱਸੋ ਕਿ ਚੰਗਰ ਦੇ ਪਿੰਡਾਂ ਤੱਕ ਤੇ ਚੰਗਰ ਦੇ ਘਰਾਂ ਤੱਕ ਪਾਣੀ ਕਿੰਨੀ ਤਰੀਕ ਤੱਕ, ਕਿੰਨੇ ਦਿਨਾਂ 'ਚ ਪਹੁੰਚੂਗਾ। ਤੇ ਉਸ ਤੋਂ ਬਾਅਦ ਸਰਵੇ ਹੋਵੇ, ਉੱਥੇ ਜਾ ਕੇ ਪੁੱਛਿਆ ਜਾਵੇ। ਮੈਂ ਤੁਹਾਨੂੰ ਮੀਡੀਆ ਦੇ ਸਾਥੀਆਂ ਨੂੰ ਵੀ ਬੇਨਤੀ ਕਰੂੰ, ਆਪਾਂ ਜਾ ਕੇ ਪੁੱਛ ਕੇ ਵਾਕਿਆ ਉਹ ਪਹੁੰਚਿਆ ਜਾਂ ਸਿਰਫ ਗੱਪਾਂ ਹੀ ਨੇ, ਸਿਰਫ ਲਾਰੇ ਹੀ ਨੇ। ਇਹ 4 ਅਹਿਮ ਸਵਾਲ ਮੈਂ ਸਪੀਕਰ ਸਾਹਿਬ ਦੇ ਸਾਹਮਣੇ ਰੱਖਦਾ। ਨੰਬਰ 1, PCL ਦਾ ਵਾਈਟ ਪੇਪਰ ਲਾਂਚ ਕੀਤਾ ਜਾਵੇ, ਜਾਰੀ ਕੀਤਾ ਜਾਵੇ। ਨੰਬਰ 2, ਯੂਨੀਅਨ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ, ਕੀ ਪਾਲਿਸੀ ਹੈ, ਉਹ ਨਸ਼ਰ ਕੀਤੀ ਜਾਵੇ। ਨੰਬਰ 3, ਦੱਸਿਆ ਜਾਵੇ ਕਿ ਮਾਈਨਿੰਗ ਦੇ ਵਿੱਚ ਉਹ ਕੌਣ ਲੋਕ ਸਨ ਤੇ ਇਹਨਾਂ ਦੇ ਪਰਿਵਾਰ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਹੁਣ ਨਹੀਂ ਕਿਹੜੇ-ਕਿਹੜਿਆਂ ਦੇ ਰਹੇ ਨੇ ਹਿੱਸੇ। ਹੋ ਸਕਦਾ ਹੁਣ ਵੇਚ ਦਿੱਤਾ ਹੋਣ, ਇਲੈਕਸ਼ਨ ਨੂੰ 4 ਮਹੀਨੇ ਰਹਿ ਗਏ, ਵੀ ਇਸ ਟੈਨਿਓਰ ਦੇ ਵਿੱਚ ਕਿਹੜੇ-ਕਿਹੜੇ ਇਹਨਾਂ ਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਆਪਣੇ ਪਰਿਵਾਰ ਚੋਂ ਕਿਹਦਾ ਕਿਸ ਨਾਮ ਤੇ ਕ੍ਰਸ਼ਰ ਰਿਹਾ। ਨੰਬਰ 4, ਚੰਗਰ ਦੇ ਇਲਾਕੇ ਨੂੰ ਕਿੰਨੇ ਦਿਨਾਂ ਦੇ ਵਿੱਚ, ਕਿਉਂਕਿ ਤੁਸੀਂ 2 ਮਹੀਨੇ ਕਹੇ ਸੀ, ਅੱਜ ਤਕਰੀਬਨ 6 ਮਹੀਨੇ ਹੋ ਚੁੱਕੇ, ਕਿੰਨੇ ਦਿਨਾਂ 'ਚ ਪਾਣੀ ਪਹੁੰਚ ਜਾਊਗਾ। ਇਹ ਮੁੱਦੇ ਨੇ। ਇਸ ਤੋਂ ਇਲਾਵਾ ਮੈਂ ਇੱਕ ਗੱਲ, ਮੈਂ ਚਾਹੁੰਦਾ ਨਹੀਂ ਸੀ ਇਹ ਮੈਂ ਗੱਲ ਕਰਾਂ, ਕਿਉਂਕਿ ਮੈਨੂੰ ਲੱਗਦਾ ਗੱਲ ਉਹਦੇ ਬਾਰੇ ਕਰਨੀ ਚਾਹੀਦੀ ਹੈ ਜਿਨ ਜੀਵਨ ਵਿੱਚ ਕੁਝ ਕੀਤਾ ਹੋਵੇ, ਉਸ ਬਾਰੇ ਗੱਲ ਕਰਨੀ ਚਾਹੀਦੀ, ਮੇਰਾ ਇਹ ਮੰਨਣਾ ਹੈ। ਪਰ ਇਹਨਾਂ ਦੇ ਬਹੁਤ ਹੀ ਨਾਕਾਬਲ ਪੁੱਤਰ ਵਿਸ਼ਪਾਲ ਰਾਣਾ, ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹੂੰਗਾ ਕਿ ਤੁਸੀਂ ਹੋ ਕੌਣ? ਤੁਸੀਂ MC ਹੋ, CM ਹੋ, ਤੁਸੀਂ ਕੀ ਹੋ? ਕੀ ਤੁਹਾਡੀ ਦੇਣ ਹੈ? ਕੀ ਤੁਹਾਡਾ ਸੰਘਰਸ਼ ਹੈ? ਤੁਸੀਂ ਵੀ ਪਾਇਲਟਾਂ ਲੈ ਕੇ ਫਿਰ ਰਹੇ ਹੋ, ਤੁਸੀਂ ਵੀ ਨਾਲ ਗਨਮੈਨ ਲੈ ਕੇ ਫਿਰ ਰਹੇ ਹੋ, ਤੇ ਤੁਸੀਂ ਤੁਹਾਡੀ ਇਹ ਵੀ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਆਪ ਸਮਝ ਨਹੀਂ ਹੈਗੀ, ਇੰਨੀ ਸ਼ਰਮ ਨਹੀਂ ਹੈਗੀ ਕਿ 14.5 ਸਾਲ ਬਾਅਦ ਵੀ ਤੁਸੀਂ ਪਿੰਡਾਂ 'ਚ ਜਾ ਕੇ ਕਹਿੰਦੇ ਹੋ ਹਾਂ ਜੀ ਗਲੀ ਨਾਲੀਆਂ ਬਣਾ ਦਿਓ। ਮੇਰੇ ਪਿੰਡ ਆ ਕੇ ਜਈ ਨੂੰ ਹੁਣ ਮਾਰ ਕੇ ਕਹਿੰਦੇ ਜਿੱਥੇ ਜੀ ਨਾਲੀ ਜਾਣੀ ਤੁਹਾਡੇ ਤੋਂ ਬਣੀ ਨਹੀਂ 14.5 ਸਾਲਾਂ, ਹੁਣ ਹਰਜੋਤ ਮੈਂਸ ਕਰਕੇ ਤੁਹਾਨੂੰ ਨਲੀਆਂ ਤੇ ਨਾਲੀਆਂ ਚੇਤੇ ਆ ਗਈਆਂ। ਉਸ ਤੋਂ ਬਾਅਦ ਉਹ ਇਲਜ਼ਾਮ ਲਾਉਂਦੇ ਨੇ ਮੇਰੇ ਤੇ ਕਿ ਵੀ ਇਹਦਾ ਬਾਰ ਕਾਉਂਸਲ ਦੇ ਲਾਇਸੈਂਸ ਕੈਂਸਲ ਹੈ। ਮੈਂ ਬੜੇ ਜ਼ਿੰਮੇਵਾਰੀ ਨਾਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੀ, ਮੇਰੀ ਉਮਰ 30 ਸਾਲ 8 ਮਹੀਨੇ ਹੈ। ਮੈਂ 13 ਸਾਲ ਜਿਹੜਾ ਹੈ ਸਮਾਜਿਕ ਜੀਵਨ ਦਾ ਸੰਘਰਸ਼ 18 ਸਾਲ ਦੀ ਉਮਰ ਤੋਂ ਨਿਕਲਿਆ। ਪੰਜਾਬ ਦੇ ਦੇਸ਼ ਦੇ ਟੌਪ ਦੇ ਸੋਸ਼ਲ ਵਰਕਰਸ ਦੇ ਨਾਲ ਕੰਮ ਕੀਤਾ ਹੋਇਆ। ਯੂਨਾਈਟਿਡ ਨੇਸ਼ਨਸ ਦੀ ਮੀਟਿੰਗ ਦੇ ਉੱਤੇ ਨਿੱਜੀ ਤੌਰ ਤੇ ਮੈਂ ਪੇਸ਼ ਹੋਇਆ। ਅਲੱਗ-ਅਲੱਗ ਦੇਸ਼ਾਂ ਦੀ ਐਮਬੈਸੀਆਂ ਦੇ ਵਿੱਚ ਜਾ ਕੇ ਮੈਂ ਪ੍ਰੈਜੈਂਟੇਸ਼ਨ ਕੀਤੀ ਹੋਈ ਆ। ਹਰਜੋਤ ਸਿੰਘ ਬੈਂਸ ਦੇ ਨਾਲ ਦੁਬਈ ਪਾ ਕੇ, ਦੁਬਈ ਤੋਂ 27 ਮੁੰਡੇ ਮੈਂ ਆਪਣੇ ਦਮ ਦੇ ਉੱਤੇ ਛੁਡਾ ਕੇ ਲੈ ਕੇ, ਹਿਮਾਚਲ ਦੇ ਸੀ, ਹਰਿਆਣੇ ਦੇ ਸੀ, ਨਵਾਂ ਸ਼ਹਿਰ ਦੇ ਸੀਗੇ। ਆਹ ਮੇਰੀ ਦੇਣ ਹੈ। 300 ਕਿਲੋਮੀਟਰ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਹੁਸੈਨੀਵਾਲਾ ਤੱਕ ਨਸ਼ੇ ਦੇ ਖਿਲਾਫ ਮੈਂ ਕੀਤਾ। ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਜਾਂ ਫ੍ਰੀ ਕੇਸ ਕੀਤਾ ਜਾਂ ਫਿਰ ਜਿਸ ਵੀ ਕਲਾਇੰਟ ਤੋਂ ਪੈਸਾ ਲਿਆ ਥਰੂ ਚੈੱਕ ਪੈਸਾ ਲਿਆ। ਇੱਕ ਝੂਠੀ ਖਬਰ ਲਵਾ ਕੇ ਜਿਹੜਾ ਹੈ, ਕਿਉਂਕਿ ਉਦੋਂ ਕਰੋਨਾ ਦਾ ਕਾਲ ਸੀਗਾ, ਉਹ ਵੀ ਕੋਈ ਰਾਜਨੀਤਿਕ ਸੰਜਿਸ਼ ਕਰਕੇ ਮੇਰੇ ਇੱਕ ਸਾਜ਼ਿਸ਼ ਹੋਈ ਤੇ ਉਹ ਜਿਹੜੀ ਖਬਰ ਝੂਠੀ ਹੈ। ਮੈਂ ਸੁਪਰੀਮ ਕੋਰਟ, ਹਾਈ ਕੋਰਟ, ਮੇਰਾ ਇਨਰੋਲਮੈਂਟ ਨੰਬਰ ਅੱਜ ਵੀ ਚੈੱਕ ਕੀਤਾ ਜਾ ਸਕਦਾ। ਮੈਂ ਕਿੰਨੇ ਕੇਸ ਕੀਤੇ ਆ, ਆਪਣੇ ਦਮ ਤੇ ਕੀਤੇ ਆ। ਤੇ ਜਿਹੜਾ ਮੇਰਾ ਪਿਓ ਹੈ ਉਹ ਗੰਭੀਰਪੁਰ ਤੋਂ ਉੱਠ ਕੇ ਉਹਨੇ ਹੈਦਰਾਬਾਦ, ਦੇਹਰਾਦੂਨ, ਲੁਧਿਆਣੇ ਨੌਕਰੀ ਕਰਕੇ ਕੰਮ ਕਰਕੇ ਮੈਨੂੰ ਇਸ ਲੈਵਲ ਤੱਕ ਪਹੁੰਚਾਇਆ। ਮੇਰਾ ਦਾਦਾ ਸਰਦਾਰ ਉਜਾਗਰ ਸਿੰਘ ਬੈਂਸ BBM ਵਿੱਚ ਇੱਕ ਵਰਕਰ ਸੀਗਾ, ਆਮ ਘਰਾਂ ਤੋਂ। ਮੇਰਾ ਨਾਨਾ ਨੰਗਲ ਤੋਂ ਸਰਦਾਰ ਕਾਬਲ ਸਿੰਘ ਢਿੱਲੋਂ, ਉਹ ਇੱਕ ਠੇਕੇਦਾਰ ਸੀ। ਇਹ ਸਾਡਾ ਪਿਛੋਕੜ ਹੈ। ਤੇ ਹਰਜੋਤ ਬੈਂਸ ਦੀ 13 ਸਾਲ ਦਾ ਸਮਾਜਿਕ ਕਰੀਅਰ ਹੈ। ਮੇਰੇ ਤੇ ਇੱਕ ਬੰਦਾ ਕਹਿ ਦੇਵੇ ਆ ਕੇ, ਤੇ ਜਿਹਨੇ ਕੀਤੇ ਹੈ, ਜਿਹੜੀ ਉਹ ਸ਼ਿਕਾਇਤ ਲਾਈ ਹੈ, ਉਹਦੇ 25 ਲੱਖ ਦਾ ਡੈਫਾਮੇਸ਼ਨ ਦਾ ਕੇਸ। ਨੰਬਰ 2, ਉਹਨਾਂ ਦਾ ਤੱਥ ਜਿਹੜਾ ਅਸੀਂ ਦੱਸਾਂਗੇ, ਜਰਮਨੀ 'ਚ ਵੀ ਉਹ ਬਲੈਕਆਊਟ ਨੇ, ਹਿੰਦੁਸਤਾਨ 'ਚ ਪਤਾ ਨਹੀਂ ਕਿੰਨੇ ਕੇਸ ਚੱਲਦੇ ਨੇ, ਕਿਉਂਕਿ ਕੁਛ ਰਾਜਨੀਤਿਕ ਕਿ ਹਰਜੋਤ ਬੈਂਸ ਦੇ ਖਿਲਾਫ ਕੁਛ ਤਾਂ ਕੱਢੋ। ਤੇ ਉਹ ਜਿਹੜਾ ਮੇਰਾ ਜਿਹੜਾ ਸਮਾਜਿਕ ਜੀਵਨ ਹੈ, ਉਹ ਮੇਰੇ ਕਾਲਜ ਦੇ ਨਾਲ ਪੜ੍ਹਦੇ ਹੋਏ, ਮੇਰੇ ਨਾਲ ਸਕੂਲ 'ਚ ਪੜ੍ਹਦੇ ਹੋਏ, ਮੇਰੇ ਨਾਲ ਪਾਰਟੀ ਜਿਹਨੇ ਕੰਮ ਕੀਤਾ, ਮੇਰਾ ਇੱਕ ਆਪਣਾ ਮੈਂ ਹਰਜੋਤ ਸਿੰਘ ਬੈਂਸ ਦਾ ਟੈਲੀਗ੍ਰਾਫ ਪਾ ਕੇ ਚੈੱਕ ਕਰ ਲਿਓ, ਫਰੰਟ ਪੇਜ ਦੀ ਖਬਰਾਂ, ਜਿਹੜਾ ਟੀਚਰ ਸਕੈਮ ਹੋਇਆ ਪੰਜਾਬ ਦੇ ਵਿੱਚ, ਕਿ ਕਿਵੇਂ ਜਿਸ ਬੰਦੇ ਦੇ 0 ਨੰਬਰ ਆਏ ਮੈਥ ਦੇ ਵਿੱਚ, ਉਹ ਮੈਂ ਆਪਣੀ ਵਕਾਲਤ ਦੇ ਨਾਲ ਰਿਸਰਚ ਕਰਕੇ ਉਹ ਜਿਹੜਾ ਹੈ ਉਹਨੂੰ ਪੂਰੇ ਨੈਸ਼ਨਲ ਲੈਵਲ ਤੇ ਚੱਕਿਆ। ਜਦੋਂ ਮੈਂ ਪਾਰਟੀ ਦੇ ਵਿੱਚ ਹਜੇ ਚੱਲ ਰਿਹਾ ਸੀ, ਹਜੇ ਵਕਾਲਤ ਦਾ ਸਟੂਡੈਂਟ ਸੀਗਾ, ਹਜੇ ਉਦੋਂ ਇੰਨੀ ਪਾਰਟੀ ਪੰਜਾਬ 'ਚ ਨਹੀਂ ਫੈਲੀ ਸੀ, ਉਦੋਂ RTI ਇਕੱਠੇ ਕਰਕੇ ਕਿਵੇਂ ਪੰਜਾਬ ਦੀ NDPS ਦੇ ਪਰਚੇ ਇੱਕੋ ਤਰ੍ਹਾਂ ਹੁੰਦੇ ਆ ਪੂਰੇ ਪੰਜਾਬ 'ਚ, ਇੱਕੋ ਜੇਬ 'ਚ, ਉਹਦੀ ਰਿਸਰਚ ਕਰਕੇ ਉਹ ਜਿਹੜੀ ਖਬਰ ਉਸ ਤੋਂ ਬਾਅਦ DGP ਨੇ ਉੱਤੇ ਸੰਗਿਆਨ ਲਿਆ ਕਿ ਇੱਦਾਂ ਦੇ ਪਰਚੇ, ਹਾਈ ਕੋਰਟ ਨੂੰ ਸੰਗਿਆਨ। ਇਹ ਮੇਰਾ ਜਿਹੜਾ ਹੈਗਾ ਇੱਕ ਜੀਵਨ। ਇੱਕ ਸੈਕਿੰਡ ਭਾਜੀ, ਮੈਂ ਇੱਕ ਗੱਲ ਦਾ ਜਵਾਬ ਦੂੰਗਾ। ਇਸ ਕਰਕੇ ਮੇਰਾ ਇਹ ਹੈ, ਪਹਿਲਾਂ ਤੁਸੀਂ ਆਪਣਾ ਦੱਸੋ ਤੇ ਪਲੱਸ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ, ਕਿਉਂਕਿ ਮੈਂ ਪਰਚਿਆਂ ਦੀ ਰਾਜ, ਜੇ ਕੋਈ ਗਲਤ ਤੱਥ ਹੈ ਵੀ ਵਿਲ ਸਰਵ ਹਿਮ ਅ ਡੈਫਾਮੇਸ਼ਨ ਨੋਟਿਸ, ਕਿਉਂਕਿ ਉਹ ਝੂਠੀ ਗੱਲ ਹੈ, ਜਾ ਕੇ ਚੈੱਕ ਕੀਤੀ ਜਾ ਸਕਦੀ ਹੈ। ਤੇ ਮੇਰਾ ਜਿਹੜਾ ਜੀਵਨ ਹੈ ਉਹ ਤੁਹਾਡੇ ਸਾਹਮਣੇ ਹੈ। ਪਰ ਅੱਜ ਦੇ ਜਿਹੜੇ 4 ਮੁੱਦੇ ਸਭ ਤੋਂ ਜ਼ਰੂਰੀ, PACL ਦੇ ਉੱਤੇ ਵਾਈਟ ਪੇਪਰ, ਨੰਬਰ 2 ਜਿਹੜਾ ਹੈਗਾ ਯੂਨੀਅਨ ਦੇ ਬਾਰੇ ਕੀ ਉਹਨਾਂ ਦੇ ਪਾਰਟੀ, ਕਾਂਗਰਸ ਪਾਰਟੀ ਤੇ ਰਾਣਾ KP ਦੀ ਕੀ ਰਾਏ ਹੈ, ਨੰਬਰ 3 ਮਾਈਨਿੰਗ 'ਚ ਕਿਹੜੇ ਲੋਕ ਸੀਗੇ, ਪਲੱਸ ਇਹਨਾਂ ਦੇ ਪਰਿਵਾਰਕ ਮੈਂਬਰ ਤੇ ਕਿਹੜੇ ਕ੍ਰਸ਼ਰਾਂ 'ਚ ਹਿੱਸਾ ਰਿਹਾ, ਚੰਗਰ ਦੇ ਇਲਾਕੇ ਨੂੰ ਕਿੰਨੇ ਦਿਨਾਂ 'ਚ ਪਾਣੀ ਆ ਜਾਊਗਾ। ਇਹ ਮੇਰੀ ਅੱਜ ਦੇ ਗੰਭੀਰ ਜਿਹੜੇ ਮਸਲੇ ਆ। ਇਹ ਬੋਲਦਾ ਪੰਜਾਬ, ਗੱਲ ਹੱਕ ਸੱਚ ਦੀ।